Hello students, I am your teacher Dr. Satvinder Kaur. In today's lecture, I will teach you about the theory of demographic transition. So there are so many theories of demographic transitions or of population stages ਜਿਨ੍ਹਾਂ ਨੂੰ ਅਸੀਂ population cycle ਦਾ ਨਾਮ ਵੀ ਦਿੰਦੇ ਆ ਸੋ given by various economists like ਥੋਮਸਨ ਨੇ ਦਿੱਤੀ ਹੈ ਬਲੈਕਰ ਨੇ ਦਿੱਤੀ ਹੈ ਇਸੇ ਤਰੀਕੇ ਨਾਲ ਡੋਲਨ ਨੇ ਵੀ ਦਿੱਤੀ ਹੈ ਕਿਸੇ ਥਿਊਰੀ ਦੇ ਵਿੱਚ ਅਸੀਂ 5 ਸਟੇਜਸ ਆਫ ਪੋਪੂਲੇਸ਼ਨ ਗਰੋਥ ਦੀ ਗੱਲ ਕਰਦੇ ਹਾਂ ਕਿਸੇ ਥਿਊਰੀ ਜਿਵੇਂ ਕਾਰਲ ਸੈਕਸ ਨੇ ਦਿੱਤੀ ਹੈ ਉਸ ਦੀ ਥਿਊਰੀ ਦੇ ਵਿੱਚ ਅਸੀਂ 4 ਸਟੇਜਸ ਆਫ ਪੋਪੂਲੇਸ਼ਨ ਗਰੋਥ ਦੀ ਗੱਲ ਕਰਦੇ ਹਾਂ ਬਟ ਜਿਹੜੀ ਮੋਸਟ ਪੋਪੂਲਰ ਥਿਊਰੀ ਹੈ ਜਿਸ ਦੇ ਬਾਰੇ ਅਸੀਂ ਗੱਲ ਕਰਦੇ ਹਾਂ ਡੈਮੋਗ੍ਰਾਫਿਕ ਟ੍ਰਾਂਜੀਸ਼ਨ ਦੀ ਜਿਹੜੀ ਕਿ ਪੋਪੂਲੇਸ਼ਨ ਸਾਈਕਲ ਨੂੰ ਐਕਸਪਲੇਨ ਕਰਦੀ ਹੈ ਕਿ ਕਿਸ ਤਰੀਕੇ ਦੇ ਨਾਲ ਡੈਥ ਰੇਟ ਘਟਦਾ ਹੈ ਫਿਰ ਪੋਪੂਲੇਸ਼ਨ ਗਰੋਥ ਹੁੰਦੀ ਹੈ ਤੇ ਕਿਵੇਂ ਡਿਕਲਾਈਨ ਇਨ ਬਰਥ ਰੇਟ ਆਉਂਦਾ with the development of the society. So ਇਸ ਤਰੀਕੇ ਨੂੰ ਐਕਸਪਲੇਨ ਕਰਨ ਦੀ ਡਿਵੈਲਪਮੈਂਟ ਨਾਲ ਐਸੋਸੀਏਟ ਕਰਕੇ ਕੋਰੀਲੇਟ ਕਰਕੇ ਥਿਊਰੀਜ਼ ਨੂੰ ਪੋਪੂਲੇਸ਼ਨ ਸਾਈਕਲ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿਹੜੀ ਮੋਸਟ ਇਸ ਟਾਈਮ ਦੇ ਉੱਤੇ ਸਭ ਤੋਂ ਜ਼ਿਆਦਾ ਪੋਪੂਲਰ ਥਿਊਰੀ ਹੈ ਜਿਹੜੀ ਐਡਵਾਂਸਡ ਕੰਟਰੀਜ਼ ਦੇ ਜਿਹੜੇ ਐਮਪੈਰੀਕਲ ਐਵੀਡੈਂਸ ਨੂੰ ਵੀ ਅਸੀਂ ਜਿਹੜਾ ਹੈ ਦੇ ਥਰੂ ਅਸੀਂ ਵੈਲਿਡਿਟੀ ਜਿਸ ਦੀ ਦੇਖ ਚੁੱਕੇ ਹਾਂ ਉਹ ਹੈ CP ਬਲੈਕਰ ਦੀ ਥਿਊਰੀ ਜਿਸ ਨੇ 5 ਸਟੇਜਸ ਆਫ ਪੋਪੂਲੇਸ਼ਨ ਗਰੋਥ ਦੀਆਂ ਡੈਮੋਗ੍ਰਾਫਿਕ ਟ੍ਰਾਂਜੀਸ਼ਨਸ ਦੀਆਂ ਦਿੱਤੀਆਂ ਗਈਆਂ ਨੇ ਸੋ ਅਸੀਂ ਅੱਜ ਉਸ ਥਿਊਰੀ ਦੇ ਬਾਰੇ ਹੀ ਚਰਚਾ ਕਰਾਂਗੇ ਜਿਹੜੀ ਕਿ ਮੋਸਟ ਪੋਪੂਲਰ ਥਿਊਰੀ ਹੈ ਦ ਫਸਟ ਵਨ ਇਜ਼ ਦ ਹਾਈ ਸਟੇਸ਼ਨਰੀ ਫੇਜ਼ ਜਿਸਨੂੰ ਬੋਲਿਆ ਉਹਨਾਂ ਨੇ ਸੈਕੰਡ ਥਿਊਰੀ ਜਿਹੜੀ ਹੈ ਦ ਅਰਲੀ ਐਕਸਪੈਂਡਿੰਗ ਫੇਜ਼ ਦੈਨ ਦ ਲੇਟ ਐਕਸਪੈਂਡਿੰਗ ਫੇਜ਼ ਦੈਨ ਦ ਲੋ ਸਟੇਸ਼ਨਰੀ ਫੇਜ਼ ਦੈਨ ਦ ਡਿਕਲਾਈਨਿੰਗ ਫੇਜ਼ with low mortality ਸੋ ਇਹ ਜਿਹੜੀਆਂ ਥਿਊਰੀਜ਼ ਨੇ ਜਿਹੜੇ ਨਾਮ ਮੈਂ ਬੋਲੇ ਨੇ 5 ਇਹ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਯੂ ਕੈਨ ਮੇਕ ਦ ਨੋਟਸ ਮੈਂ ਇੱਕ ਇੱਕ ਕਰਕੇ ਸਾਰੇ ਫੇਜ਼ਿਸ ਸਾਰੀਆਂ ਸਟੇਜਸ ਨੂੰ ਐਕਸਪਲੇਨ ਕਰਾਂਗੀ ਤਾਂ ਉਸ ਟਾਈਮ ਦੇ ਉੱਤੇ ਤੁਸੀਂ ਨਾਲ ਨੋਟ ਡਾਊਨ ਕਰ ਸਕਦੇ ਹੋ ਸੋ ਆਪਾਂ ਸਭ ਤੋਂ ਪਹਿਲੇ ਗੱਲ ਕਰਾਂਗੇ ਦ ਫਰਸਟ ਸਟੇਜ ਆਫ ਡੈਮੋਗ੍ਰਾਫਿਕ ਟ੍ਰਾਂਜੀਸ਼ਨ ਇਹ ਸਟੇਜਸ ਜਿਹੜੀਆਂ ਨੇ ਸੁਸਾਇਟੀਜ਼ ਦੀ ਫਾਰਮੇਸ਼ਨ ਨੂੰ ਦੱਸਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਸੁਸਾਇਟੀ ਜਿਹੜੀ ਹੈ ਉਹ ਟ੍ਰੈਡੀਸ਼ਨਲ ਸਟੇਜ ਤੋਂ ਕਿਸ ਤਰੀਕੇ ਦੇ ਨਾਲ ਅੱਗੇ ਐਕਸਪੈਂਡ ਕਰਦੇ ਕਿਹੜੇ ਫੇਜ਼ਿਸ ਕਿਹੜੇ ਕਰੈਕਟਰਿਸਟਿਕਸ ਜਿਹੜੇ ਨੇ ਪੋਪੂਲੇਸ਼ਨ ਦੇ ਉਹਨਾਂ ਦੇ ਨਾਲ ਵਿੱਚੋਂ ਲੰਘ ਕੇ ਨਿਕਲਦੀ ਹੈ ਸੋ ਪਹਿਲੀ ਜਿਹੜੀ ਸਟੇਜ ਹੈ ਉਹ ਸਟੇਜ ਹੈ ਇਹੋ ਜਿਹੀ ਸਟੇਜ ਜਿਸ ਦੇ ਵਿੱਚ ਕੰਟਰੀ ਬੈਕਵਰਡ ਹੈ ਜਿਸ ਦੇ ਵਿੱਚ ਬਰਥ ਰੇਟ ਵੀ ਬਹੁਤ ਜ਼ਿਆਦਾ ਹੈ ਤੇ ਡੈਥ ਰੇਟ ਵੀ ਬਹੁਤ ਜ਼ਿਆਦਾ ਹੈ ਜਿਸ ਦੇ ਨਾਲ ਗਰੋਥ ਰੇਟ ਆਫ ਪੋਪੂਲੇਸ਼ਨ ਜਿਹੜਾ ਹੈ ਉਹ ਬਹੁਤ ਲੋ ਹੈ ਤੁਸੀਂ ਇਹਨਾਂ ਨੂੰ ਪੁਆਇੰਟਸ ਨੂੰ ਨਾਲ ਲਿਖ ਸਕਦੇ ਹੋ ਕਿ ਪਹਿਲੀ ਸਟੇਜ ਇਹੋ ਜਿਹੀ ਸਟੇਜ ਹੈ ਜਿੱਥੇ ਰੂਰਲ ਏਰੀਆਜ਼ 'ਚ ਲੋਕ ਰਹਿੰਦੇ ਨੇ ਜ਼ਿਆਦਾਤਰ ਬੈਕਵਰਡਨੈਸ ਹੈ ਐਗਰੀਕਲਚਰ ਦੇ ਉੱਤੇ ਲੋਕਾਂ ਦੀ ਡਿਪੈਂਡੈਂਸ ਹੈ ਇਹੋ ਜਿਹੀ ਸਟੇਜ ਜਿਹਦੇ ਵਿੱਚ ਜਿਹੜੀਆਂ ਨੇ ਕੰਜ਼ਿਊਮਰ ਗੁੱਡਸ ਇੰਡਸਟਰੀਜ਼ ਜਿਹੜੀਆਂ ਨੇ ਉਹ ਬਹੁਤ ਘੱਟ ਨੇ ਤੇ ਬਹੁਤ ਸਮਾਲ ਸਾਈਜ਼ ਦੀਆਂ ਨੇ ਟੈਰੀਸ਼ਰੀ ਸੈਕਟਰ ਜਿਹਨੂੰ ਤੁਸੀਂ ਸਰਵਿਸ ਸੈਕਟਰ ਬੋਲਦੇ ਹੋ ਜਿਵੇਂ ਕਿ ਟਰਾਂਸਪੋਰਟ ਕਮਰਸ ਬੈਂਕਿੰਗ ਇੰਸ਼ੋਰੈਂਸ ਇਹ ਸਾਰੇ ਸੈਕਟਰ ਬਹੁਤ ਜ਼ਿਆਦਾ ਅੰਡਰ ਡਿਵੈਲਪ ਨੇ ਇਹ ਸਟੇਜ ਦੇ ਵਿੱਚ ਪੋਵਰਟੀ ਬਹੁਤ ਜ਼ਿਆਦਾ ਹਾਈ ਸਟੇਜ ਤੇ ਹੈ ਲੋ ਇਨਕਮ ਹੈ ਲੋਕਾਂ ਦੀ ਫੈਮਿਲੀ ਸਾਈਜ਼ ਲੋਕਾਂ ਦਾ ਬਹੁਤ ਜ਼ਿਆਦਾ ਹੈ ਤੇ ਉਹਨਾਂ ਦਾ ਜਿਹੜੀਆਂ ਨੇ ਫੈਮਿਲੀ ਇਨਕਮ ਬਹੁਤ ਘੱਟ ਹੈ ਤੇ ਜਿਹੜੀ ਲੋਕਾਂ ਦੀ ਵਿਚਾਰਧਾਰਾ ਹੈ ਉਹ ਇਸ ਤਰੀਕੇ ਦੀ ਹੁੰਦੀ ਹੈ ਇਹੋ ਜਿਹੀ ਸਟੇਜ ਦੇ ਵਿੱਚ ਕਿ ਜਿਹੜੇ ਨੇ ਜ਼ਿਆਦਾ ਬੱਚਿਆਂ ਨੂੰ ਜੰਮਣ ਦੇ ਵਿੱਚ ਪੈਦਾ ਕਰਨ ਦੇ ਵਿੱਚ ਜ਼ੋਰ ਦਿੱਤਾ ਜਾਂਦਾ ਸੁਸਾਇਟੀ ਵੱਲੋਂ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਚਿਲਡਰਨ ਆਰ ਲਾਈਕ ਟੂ ਬੀ ਦ ਐਸੈਟ ਆਫ ਦ ਫੈਮਿਲੀ ਕਿ ਜਿੰਨੇ ਜ਼ਿਆਦਾ ਬੱਚੇ ਹੋਣਗੇ ਉਨੀ ਜ਼ਿਆਦਾ ਕਮਾਈ ਦੇ ਸਾਧਨ ਇਨਕਮ ਦੇ ਸਾਧਨ ਜ਼ਿਆਦਾ ਹੋਣਗੇ ਇਹੋ ਜਿਹੀ ਜਿਹੜੀ ਸੁਸਾਇਟੀ ਹੁੰਦੀ ਹੈ ਇਹਨਾਂ ਦੇ ਵਿੱਚ ਫੈਮਿਲੀ ਜੁਆਇੰਟ ਫੈਮਿਲੀ ਸਿਸਟਮ ਵੀ ਜਿਹੜਾ ਹੈ ਉਹ ਬਹੁਤ ਪੋਪੂਲਰ ਹੁੰਦਾ ਬੇਸਿਕਲੀ ਜਿਹੜੀ ਲੋਕਾਂ ਦੀ ਇਲਿਟਰੇਸੀ ਕਹਿ ਲਓ ਇਗਨੋਰੈਂਸ ਕਹਿ ਲਓ ਸੁਪਰਸਟੀਸ਼ੀਅਸਨੈਸ ਕਹਿ ਲਓ ਵੀ ਲੋਕਾਂ ਦੀ ਸੋਚ ਇੰਨੀ ਕੁ ਹੁੰਦੀ ਹੈ ਕਿ ਜਿੰਨੇ ਫੈਮਿਲੀ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਬੱਚੇ ਹੋਣੇ ਚਾਹੀਦੇ ਹੈ ਤੇ ਜ਼ਿਆਦਾ ਤੋਂ ਜ਼ਿਆਦਾ ਜਿੰਨੇ ਬੱਚੇ ਹੋਣਗੇ ਉਨੀ ਜ਼ਿਆਦਾ ਫੈਮਿਲੀ ਜਿਹੜੀ ਹੈ ਉਹ ਸਿਕਿਉਰ ਹੋਏਗੀ ਕਿਉਂਕਿ ਆਮਦਨ ਦੇ ਸੋਰਸ ਉਨੇ ਜ਼ਿਆਦਾ ਹੋਣਗੇ ਇਹਦੇ ਕਾਰਨ ਜਿਹੜਾ ਹੈ ਬਰਥ ਰੇਟ ਜਿਹੜਾ ਹੁੰਦਾ ਇਹੋ ਜਿਹੀ ਸੁਸਾਇਟੀ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਨਾਲ ਦੀ ਨਾਲ ਡੈਥ ਰੇਟ ਵੀ ਜਿਹੜਾ ਹੈ ਇਸ ਸੁਸਾਇਟੀ ਦੇ ਵਿੱਚ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ ਕਿਉਂਕਿ ਜਿਹੜੀ ਹੈ ਲੋਕ ਪੋਵਰਟੀ ਦੀ ਲੋ ਕੈਲਰੀ ਇਨਟੇਕ ਹੁੰਦਾ ਨਿਊਟ੍ਰੀਸ਼ੀਅਸ ਫੂਡ ਜਿਹੜਾ ਹੈ ਲੋਕਾਂ ਨੂੰ ਨਹੀਂ ਮਿਲ ਰਿਹਾ ਕਿਉਂਕਿ ਲੋਕ ਗਰੀਬ ਨੇ
ਇਲਿਟਰੇਸੀ ਹੋਣ ਦੇ ਕਾਰਨ ਅਨਹੈਲਦੀ ਜੀਵਨ, ਹਾਈਜੀਨਿਕ ਜੀਵਨ ਨਹੀਂ ਲੋਕਾਂ ਨੂੰ ਮਿਲ ਰਿਹਾ। ਸੋ ਓਵਰਆਲ ਜਿਹੜਾ ਹੈ ਉਹ ਸਟੇਜ ਹੁੰਦੀ ਹੈ ਜਿਹਦੇ ਵਿੱਚ ਬਰਥ ਰੇਟ ਤੇ ਡੈਥ ਰੇਟ ਦੋਨੋਂ ਹੀ ਬਹੁਤ ਜ਼ਿਆਦਾ ਹੁੰਦੇ ਨੇ। ਇਸ ਨੂੰ ਨਾਮ ਦਿੱਤਾ ਗਿਆ ਹਾਈ ਸਟੇਸ਼ਨਰੀ ਸਟੇਜ। ਸੋ ਇਸ ਦਾ ਨਾਮ ਹੈ ਹਾਈ ਸਟੇਸ਼ਨਰੀ ਸਟੇਜ। ਸੋ ਇਹ ਅਕੋਰਡਿੰਗ ਟੂ ਬਲੈਕਰ ਵੈਸਟਰਨ ਯੂਰਪ ਦੇ ਵਿੱਚ 1840 ਤੱਕ ਤੇ ਇੰਡੀਆ ਤੇ ਚਾਈਨਾ ਦੇ ਵਿੱਚ 1900 ਤੱਕ ਇਹ ਸਟੇਜਿਸ ਜਿਹੜੀਆਂ ਨੇ ਇੰਜੋਏ ਕੀਤੀ, ਇਹ ਸਟੇਜ ਜਿਹੜੀ ਹੈ ਇੰਜੋਏ ਕੀਤੀ ਹੈ ਇਹਨਾਂ 3 ਕੰਟਰੀਜ਼ ਨੇ। ਤੇ ਸੈਕੰਡ ਸਟੇਜ ਹੁੰਦੀ ਹੈ ਉਹ ਸਟੇਜ ਜਿਸ ਵਿੱਚ ਇਕਨੋਮਿਕ ਗਰੋਥ ਦੇ ਫੇਜ਼ ਵਿੱਚ ਐਂਟਰ ਕਰਦੀ ਹੈ। ਐਗਰੀਕਲਚਰ ਤੇ ਇੰਡਸਟਰੀਅਲ ਸੈਕਟਰ ਦੀ ਜਿਹੜੀ ਹੈ ਪ੍ਰੋਡਕਟਿਵਿਟੀ ਕੁਝ ਹੱਦ ਤੱਕ ਡਿਵੈਲਪ ਹੋਣ ਲੱਗ ਜਾਂਦੀ ਹੈ। ਟਰਾਂਸਪੋਰਟੇਸ਼ਨ ਦੇ ਮੀਨਸ ਜਿਹੜੇ ਨੇ ਉਹ ਥੋੜੇ ਡਿਵੈਲਪ ਕਰਦੇ ਨੇ। ਲੋਕਾਂ 'ਚ ਐਜੂਕੇਸ਼ਨ ਲੈਵਲ ਥੋੜਾ ਪਿਛਲੀ ਸਟੇਜ ਨਾਲੋਂ ਥੋੜਾ ਬੈਟਰ ਹੋਣਾ ਸ਼ੁਰੂ ਹੋ ਜਾਂਦਾ ਤੇ ਮੈਡੀਕਲ ਤੇ ਹੈਲਥ ਫੈਸਿਲਿਟੀਜ਼ ਵੀ ਲੋਕਾਂ ਨੂੰ ਜਿਹੜੀਆਂ ਨੇ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਮੈਡੀਕਲ ਫੈਸਿਲਿਟੀਜ਼ ਇਨਕਰੀਜ਼ ਹੋਣ ਨਾਲ, ਹੈਲਥ ਫੈਸਿਲਿਟੀਜ਼ ਇਨਕਰੀਜ਼ ਹੋਣ ਨਾਲ ਇਸ ਸਟੇਜ ਦੇ ਵਿੱਚ ਬਰਥ ਰੇਟ ਤਾਂ ਨਹੀਂ ਘਟਦਾ, ਬਰਥ ਰੇਟ ਉਨਾ ਹੀ ਰਹਿੰਦਾ, ਬਟ ਡੈਥ ਰੇਟ ਜਿਹੜਾ ਹੈ ਸੈਕੰਡ ਸਟੇਜ ਦੇ ਵਿੱਚ ਡਿਕਰੀਜ਼ ਹੋ ਜਾਂਦਾ ਹੈ। ਸੋ ਇਹ ਸਟੇਜ ਉਹ ਸਟੇਜ ਹੈ ਜਿਸ ਨੂੰ ਨਾਮ ਦਿੱਤਾ ਗਿਆ ਪੋਪੂਲੇਸ਼ਨ ਐਕਸਪਲੋਜ਼ਨ। ਮਤਲਬ ਕਿ ਇੱਕ ਸਾਈਡ ਤੇ ਤਾਂ ਬਰਥ ਰੇਟ ਘਟ ਨਹੀਂ ਰਿਹਾ, ਦੂਜੇ ਸਾਈਡ ਦੇ ਉੱਤੇ ਡੈਥ ਰੇਟ ਘਟ ਗਿਆ। ਸੋ ਜਦੋਂ ਜਿਹੜੇ ਲੋਕ ਮਰ ਵੀ ਰਹੇ ਸੀਗੇ ਉਹ ਵੀ ਹੁਣ ਮਰਨੇ ਘਟ ਗਏ। ਸੋ ਓਵਰਆਲ ਇੰਪੈਕਟ ਇਹ ਹੁੰਦਾ ਹੈ ਕਿ ਇਸ ਦੇ ਨਾਲ ਪੋਪੂਲੇਸ਼ਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਇਕਨੋਮੀ ਦੇ ਵਿੱਚ ਇਨਕਰੀਜ਼ ਹੋ ਜਾਂਦੀ ਹੈ। ਸੋ ਬਲੈਕਰ ਦੇ ਅਕੋਰਡਿੰਗਲੀ 40% ਆਫ ਦਾ ਵਰਲਡ ਪੋਪੂਲੇਸ਼ਨ ਜਿਹੜੀ ਹੈ ਉਹ 1930s ਤੱਕ ਇਸੀ ਸਟੇਜ ਦੇ ਵਿੱਚ ਸੀ। ਤੇ ਬਹੁਤ ਜ਼ਿਆਦਾ ਅਫਰੀਕਾ ਦੀਆਂ ਬਹੁਤ ਜ਼ਿਆਦਾ ਹੈਗੀਆਂ ਨੇ ਕੰਟਰੀਜ਼ ਜਿਹੜੀਆਂ ਕਿ ਹਜੇ ਵੀ ਇਸ ਸਟੇਜ ਦੇ ਵਿੱਚ ਨੇ। ਸੋ ਪਹਿਲੀ ਸਟੇਜ ਅਸੀਂ ਗੱਲ ਕੀਤੀ ਜਿਹਦੇ ਵਿੱਚ ਬਰਥ ਰੇਟ ਵੀ ਬਹੁਤ ਜ਼ਿਆਦਾ ਹੈ ਤੇ ਡੈਥ ਰੇਟ ਵੀ ਬਹੁਤ ਜ਼ਿਆਦਾ ਹੈ। ਦੂਜੀ ਸੈਕੰਡ ਸਟੇਜ ਹੈ ਦ ਸਟੇਜ ਆਫ ਪੋਪੂਲੇਸ਼ਨ ਐਕਸਪਲੋਜ਼ਨ, ਜਿਹਦੇ ਵਿੱਚ ਬਰਥ ਰੇਟ ਜ਼ਿਆਦਾ ਹੈ ਪਰ ਡੈਥ ਰੇਟ ਘਟਣਾ ਸ਼ੁਰੂ ਹੋ ਗਿਆ। ਸੋ ਹੁਣ ਆਪਾਂ ਗੱਲ ਕਰਾਂਗੇ ਥਰਡ ਸਟੇਜ ਦੇ ਵਿੱਚ ਡੈਥ ਰੇਟ ਦੇ ਨਾਲ ਬਰਥ ਰੇਟ ਵੀ ਘਟਣਾ ਸ਼ੁਰੂ ਹੋ ਜਾਂਦਾ ਹੈ। ਮੈਡੀਕਲ ਫੈਸਿਲਿਟੀਜ਼ ਵੱਧ ਰਹੀਆਂ ਨੇ, ਜਿਹੜਾ ਹੈ ਇਸ ਚੀਜ਼ ਦੇ ਨਾਲ ਲੋਕਾਂ ਦੀ ਜਿਹੜੀ ਹੈ ਲਾਈਫ ਸਟਾਈਲ ਵੀ ਅੱਛਾ ਹੋ ਰਿਹਾ ਹੈ। ਨਾਲ ਦੇ ਨਾਲ ਲੋਕ ਜਿਹੜੇ ਨੇ ਉਹਨਾਂ ਦੇ ਉੱਤੇ ਜਿਹੜੀ ਹੈ ਐਜੂਕੇਸ਼ਨ ਦਾ ਇੰਪੈਕਟ ਹੋਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਕੰਟਰੀ ਜਿਹੜੀ ਹੈ ਉਹ ਓਵਰਆਲ ਪਿਛਲੀ ਸਟੇਜ ਦੇ ਵਿੱਚ ਇਹ ਮਹਿਸੂਸ ਕਰ ਰਹੀ ਹੈ ਕਿ ਬਹੁਤ ਜ਼ਿਆਦਾ ਜਿਹੜਾ ਹੈ ਪੋਪੂਲੇਸ਼ਨ ਗਰੋਥ ਵੱਧ ਗਈ ਤਾਂ ਇਸ ਟਾਈਮ ਦੇ ਉੱਤੇ ਕੰਟਰੀ ਜਿਹੜੀ ਹੈ ਉਸਦਾ ਬੇਸਿਕਲੀ ਅਪਰੋਚ ਹੁੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਹੁਣ ਬਰਥ ਰੇਟ ਨੂੰ ਘਟਾਇਆ ਜਾਏ। ਲੋਕ ਜਿਹੜੇ ਨੇ ਕਿਉਂਕਿ ਅਰਬਨ ਏਰੀਆਜ਼ ਦੇ ਵਿੱਚ ਜਿਹੜੇ ਹੈ ਉਹ ਸ਼ਿਫਟ ਹੋਣਾ ਸ਼ੁਰੂ ਹੋ ਜਾਂਦੇ ਨੇ ਤੇ ਬਲੈਕਰ ਦਾ ਕਹਿਣਾ ਹੈ ਕਿ ਅਰਬਨ ਏਰੀਆਜ਼ ਦੇ ਵਿੱਚ ਪੋਪੂਲੇਸ਼ਨ ਜਿਹੜੀ ਹੈ ਗਰੋਥ ਬਰਥ ਰੇਟ ਜਿਹੜਾ ਹੈ ਪਹਿਲੇ ਘਟਣਾ ਸ਼ੁਰੂ ਹੁੰਦਾ ਹੈ ਐਜ਼ ਕੰਪੇਅਰ ਟੂ ਰੂਰਲ ਏਰੀਆ, ਜਿਸ ਨੂੰ ਬਾਅਦ ਵਿੱਚ ਕਈ ਇਕੋਨੋਮਿਸਟ ਨੇ ਚੈਲੰਜ ਵੀ ਕੀਤਾ ਕਿ ਕਈ ਇਹੋ ਜਿਹੀਆਂ ਸਿਚੁਏਸ਼ਨਸ, ਇਹੋ ਜਿਹੀਆਂ ਕੰਟਰੀਜ਼ ਦੀਆਂ ਐਗਜ਼ਾਮਪਲਸ ਮਿਲਦੀਆਂ ਨੇ ਜਿਨ੍ਹਾਂ ਦੇ ਵਿੱਚ ਬਰਥ ਰੇਟ ਜਿਹੜਾ ਹੈ ਉਹ ਰੂਰਲ ਏਰੀਆਜ਼ ਦੇ ਵਿੱਚ ਜ਼ਿਆਦਾ ਪਹਿਲੇ ਡਿਕਰੀਜ਼ ਹੋਣਾ ਸ਼ੁਰੂ ਹੋਇਆ। ਸੋ ਇਸ ਸਟੇਜ ਦੇ ਵਿੱਚ ਲੋਕ ਜਿਹੜੇ ਨੇ ਉਹ ਕੰਟਰਾਸੈਪਟਿਵਸ ਜਿਹੜੇ ਨੇ ਉਹ ਪਿਲਸ ਵਗੈਰਾ ਜਾਂ ਕੋਈ ਵੀ ਮੈਡੀਕਲ ਜਿਹੜੀਆਂ ਨੇ ਫੈਸਿਲਿਟੀਜ਼ ਜਿਹੜੀਆਂ ਅਵੇਲੇਬਲ ਨੇ ਜਾਂ ਫੈਮਿਲੀ ਪਲੈਨਿੰਗ ਪ੍ਰੋਗਰਾਮਸ ਜਿਹੜੇ ਨੇ ਉਹਨਾਂ ਦੇ ਥਰੂ ਹੈਲਪ ਕਰਕੇ ਜਾਂ ਜਿਹੜੇ ਵੀ ਪ੍ਰੀਕਾਸ਼ਨਸ ਅਡਾਪਟ ਕੀਤੇ ਜਾ ਸਕਦੇ ਨੇ ਬਰਥ ਨੂੰ ਘੱਟ ਕਰਨ ਦੇ ਲਈ ਉਹ ਪ੍ਰੀਕਾਸ਼ਨਸ ਅਡਾਪਟ ਕੀਤੇ ਜਾਂਦੇ ਹੈ। ਤੇ ਇਸ ਸਟੇਜ ਦੇ ਵਿੱਚ ਇਸ ਸਟੇਜ ਨੂੰ ਨਾਮ ਦਿੱਤਾ ਗਿਆ ਦ ਲੇਟ ਐਕਸਪੈਂਡਿੰਗ ਸਟੇਜ। ਸੋ ਇਸ ਦੇ ਵਿੱਚ ਬਰਥ ਰੇਟ ਤੇ ਡੈਥ ਰੇਟ ਦੋਨੋਂ ਹੀ ਡਿਕਰੀਜ਼ ਹੁੰਦੇ ਨੇ। ਫੋਰਥ ਸਟੇਜ ਇੱਕ ਇਹੋ ਜਿਹੀ ਸਟੇਜ ਆ ਜਾਂਦੀ ਹੈ ਜਿਹਦੇ ਵਿੱਚ ਬਰਥ ਰੇਟ ਤੇ ਡੈਥ ਰੇਟ ਦੋਨੋਂ ਇਕੁਅਲ ਹੋ ਜਾਂਦੇ ਨੇ। ਦੈਟ ਇਜ਼ ਕਿ ਇਹੋ ਜਿਹੀ ਸਟੇਜ ਹੈ ਜਿਹਦੇ ਵਿੱਚ ਫਰਟੈਲਿਟੀ ਰੇਟ ਵੀ ਡਿਕਲਾਈਨ ਹੋ ਰਿਹਾ ਤੇ ਨਾਲ ਡੈਥ ਰੇਟ ਵੀ ਜਿਹੜਾ ਹੈ ਉਹ ਡਿਕਲਾਈਨ ਹੋ ਰਿਹਾ। ਸੋ ਗਰੋਥ ਰੇਟ ਜਿਹੜੀ ਪੋਪੂਲੇਸ਼ਨ ਦੀ ਉਹ ਸਟੇਸ਼ਨਰੀ ਹੋ ਜਾਂਦੀ ਹੈ, ਰੁਕ ਜਾਂਦੀ ਹੈ। ਸੋ ਇਹ ਜਿਹੜੀਆਂ ਨੇ ਜ਼ਿਆਦਾਤਰ ਉਹ ਕੰਟਰੀਜ਼ ਦੇ ਵਿੱਚ ਹੁੰਦਾ ਹੈ ਜਿਨ੍ਹਾਂ ਦੇ ਵਿੱਚ ਐਜੂਕੇਸ਼ਨ ਬਹੁਤ ਜ਼ਿਆਦਾ ਐਕਸਪੈਂਡ ਹੋ ਜਾਏ, ਟੈਕਨੀਕਲ ਟਰਾਂਸਫੋਰਮੇਸ਼ਨ ਬਹੁਤ ਜ਼ਿਆਦਾ ਫੈਲ ਜਾਏ, ਸੁਸਾਇਟੀ ਜਿਹੜੀ ਹੈ ਪੁਰਾਣੇ ਕਸਟਮਸ ਨੂੰ, ਪੁਰਾਣੇ ਬਿਲੀਫਸ ਨੂੰ ਤਿਆਗ ਦੇ ਤੇ ਬਹੁਤ ਜ਼ਿਆਦਾ ਔਰਤਾਂ ਔਰ ਮਰਦ ਜਿਹੜੇ ਨੇ, ਮੈਨ ਐਂਡ ਵੀਮਨ ਜਿਹੜੇ ਨੇ ਉਹ ਲੇਟ ਮੈਰਿਜ ਨੂੰ ਪ੍ਰੈਫਰ ਕਰਨ, ਫੈਮਿਲੀ ਪਲੈਨਿੰਗ ਦੀਆਂ ਡਿਵਾਈਸਿਸ ਜਿਹੜੀਆਂ ਨੇ ਅਡਾਪਟ ਕੀਤੀਆਂ ਜਾਂਦੀਆਂ ਨੇ। ਜ਼ਿਆਦਾਤਰ ਲੋਕ ਜਿਹੜੇ ਨੇ ਇਹੋ ਜਿਹੀ ਸਟੇਜ ਦੇ ਵਿੱਚ ਸੋਸ਼ਲ ਤੇ ਇਕਨੋਮਿਕ ਜਿਹੜੇ ਨੇ ਰਿਸਪੌਂਸਿਬਿਲਿਟੀਜ਼ ਜਿਹੜੀਆਂ ਨੇ ਉਹਨਾਂ ਦੇ ਬਾਰੇ
ਜਾਗਰੂਕ ਹੋ ਜਾਂਦੇ ਨੇ। ਦੇ ਆਰ ਥਿੰਕਿੰਗ ਅਬਾਊਟ ਦੈਟ ਇਜ਼ ਕਿਵੇਂ ਫੈਮਿਲੀ ਪਲੈਨਿੰਗ ਕੀਤੀ ਜਾ ਸਕਦੀ ਹੈ, ਛੋਟਾ ਪਰਿਵਾਰ, ਸੁਖੀ ਪਰਿਵਾਰ, ਇਹੋ ਜਿਹੇ ਥਾਟ ਜਿਹੜੇ ਨੇ ਲੋਕਾਂ ਦੇ ਮਾਈਂਡ ਵਿੱਚ ਆਉਂਦੇ ਨੇ। ਸੋ ਇਸ ਨੂੰ ਨਾਮ ਦਿੱਤਾ ਗਿਆ ਲੋਅਰ ਸਟੇਸ਼ਨਰੀ ਸਟੇਜ ਆਫ ਪੋਪੂਲੇਸ਼ਨ ਡਿਵੈਲਪਮੈਂਟ। ਸੋ ਪਹਿਲੀ ਸਟੇਜ ਜਿਹਦੇ ਵਿੱਚ ਦੋਨੋਂ ਹੀ ਵੱਧ ਨੇ, ਦੂਜੀ ਸਟੇਜ ਜਿਹਦੇ ਵਿੱਚ ਆਪਾਂ ਕਹਿ ਰਹੇ ਹਾਂ ਕਿ ਡੈਥ ਰੇਟ ਘਟਣਾ ਸ਼ੁਰੂ ਹੋ ਜਾਂਦਾ ਹੈ, ਤੀਜੀ ਸਟੇਜ ਜਿਹਦੇ ਵਿੱਚ ਬਰਥ ਰੇਟ ਤੇ ਡੈਥ ਰੇਟ ਦੋਨੋਂ ਘਟਣੇ ਸ਼ੁਰੂ ਹੋ ਜਾਂਦੇ ਨੇ, ਚੌਥੀ ਸਟੇਜ ਜਿਹਦੇ ਵਿੱਚ ਬਰਥ ਰੇਟ ਤੇ ਡੈਥ ਰੇਟ ਦੋਨੋਂ ਘਟ ਵੀ ਰਹੇ ਨੇ ਤੇ ਦੋਨੋਂ ਇੱਕ ਦੂਜੇ ਦੇ ਬਰਾਬਰ ਵੀ ਹੋ ਜਾਂਦੇ ਨੇ। ਸੋ ਇੱਥੇ ਪੋਪੂਲੇਸ਼ਨ ਦੀ ਗਰੋਥ ਘਟਣੀ ਬੰਦ ਹੋ ਜਾਂਦੀ, ਪੋਪੂਲੇਸ਼ਨ ਵਧਣੀ ਬੰਦ ਹੋ ਜਾਂਦੀ ਹੈ, ਸਟੇਸ਼ਨਰੀ ਰੋਕ ਲੱਗ ਗਈ, ਫੁੱਲ ਸਟਾਪ ਲੱਗ ਗਿਆ ਪੋਪੂਲੇਸ਼ਨ ਦੀ ਗਰੋਥ ਨੂੰ। ਅਪਰੋਕਸੀਮੇਟਲੀ ਜਿੰਨੇ ਕੁ ਲੋਕ ਮਰਦੇ ਨੇ ਉਨੇ ਕੀ ਲੋਕ ਬਰਥ ਰਹਿੰਦੇ ਨੇ, ਨਾ ਵੱਧ ਨਾ ਘੱਟ। ਸੋ ਬਰਥ ਰੇਟ ਇਜ਼ ਇਕੁਅਲ ਟੂ ਡੈਥ ਰੇਟ। ਸੋ ਫਿਫਥ ਸਟੇਜ ਜਿਹੜੀ ਹੈ, ਇਸ ਨੂੰ ਜਿਹੜੀ ਫੋਰਥ ਸਟੇਜ ਹੈ ਇਹਨੂੰ ਜ਼ੀਰੋ ਪੋਪੂਲੇਸ਼ਨ ਗਰੋਥ ਦਾ ਨਾਮ ਵੀ ਆਪਾਂ ਦੇ ਦਿੰਦੇ ਹਾਂ, ਕਿਉਂਕਿ ਬਰਥ ਰੇਟ ਇਜ਼ ਇਕੁਅਲ ਟੂ ਡੈਥ ਰੇਟ। ਫਿਫਥ ਸਟੇਜ ਜਿਹਨੂੰ ਅਸੀਂ ਲਾਸਟ ਸਟੇਜ ਕਹਿੰਦੇ ਹਾਂ, ਇਸ ਦੇ ਵਿੱਚ ਡੈਥ ਰੇਟ ਐਕਸੀਡ ਕਰ ਜਾਂਦਾ ਹੈ ਬਰਥ ਰੇਟ ਨੂੰ। ਲੋਕ ਇੰਨੇ ਕੁ ਜ਼ਿਆਦਾ ਐਜੂਕੇਟਿਡ ਹੋ ਜਾਂਦੇ ਆ, ਇੰਨੇ ਕੁ ਜ਼ਿਆਦਾ ਇੰਡੀਵਿਜੂਅਲਿਸਟਿਕ ਹੋ ਜਾਂਦੇ ਆ, ਇੰਨੇ ਕੁ ਜ਼ਿਆਦਾ ਫਰੀडम ਪਸੰਦ ਹੋ ਜਾਂਦੇ ਆ, ਜਿਵੇਂ ਆਪਾਂ ਕਹਿੰਦੇ ਹਾਂ ਕਿ ਹਾਂ ਕਿ ਇਕੱਲੇ ਰਹੋ, ਖੁਸ਼ ਰਹੋ, ਹਨਾ, ਜਾਂ ਅਸੀਂ ਆਪਣੇ ਆਪ ਵੀ ਲੋਕ ਇੰਨਾ ਕੁ ਸੋਚਦੇ ਆ ਕਿ ਨਹੀਂ ਬੱਚੇ ਬੁੱਚੇ ਪੈਦਾ ਕਰਨਾ ਨਹੀਂ ਹੈ, ਵੀ ਇੰਨੀ ਕੁ ਜ਼ਿਆਦਾ ਲੋਕਾਂ ਦੀ ਸੋਚ ਹੋ ਜਾਂਦੀ ਹੈ ਕਿ ਦੇ ਸਟਾਰਟਡ ਇੰਜੋਇੰਗ ਦੇਅਰ ਸੈਲਫ ਮੋਰ rather than to give birth to the kids or take such kind of responsibility। ਸੋ ਲੋਕਾਂ ਦੀ ਸੋਚ ਜਿਹੜੀ ਹੋਏ ਉਹ ਬਹੁਤ ਜ਼ਿਆਦਾ ਕੰਪਲੀਟਲੀ ਚੇਂਜ ਹੁੰਦੀ ਹੈ। ਸੋ ਇਸ ਦੇ ਵਿੱਚ ਡੈਥ ਰੇਟ ਵੱਧ ਜਾਂਦਾ ਹੈ, ਐਕਸੀਡ ਕਰ ਜਾਂਦਾ ਤੇ ਬਰਥ ਰੇਟ ਪਿੱਛੇ ਰਹਿ ਜਾਂਦਾ, ਬਰਥ ਰੇਟ ਘਟਣਾ ਸ਼ੁਰੂ ਹੋ ਜਾਂਦਾ। ਸੋ ਇਹੋ ਜਿਹੀ ਸਟੇਜ ਜਿਹੜੀ ਹੈ ਇਹ, ਸੋ ਇਸ ਦੇ ਵਿੱਚ ਇਹ ਹੁੰਦਾ ਕਿ ਬਰਥ ਰੇਟ ਤਾਂ ਇੰਨਾ ਕੁ ਜ਼ਿਆਦਾ ਘਟਣ ਲੱਗ ਜਾਂਦਾ, ਪਰ ਡੈਥ ਰੇਟ ਨੂੰ ਅਸੀਂ ਹੋਰ ਘੱਟ ਕਰ ਹੀ ਨਹੀਂ ਸਕਦੇ, ਕਿਉਂਕਿ ਡੈਥ ਇਜ਼ ਅ ਨੈਚੁਰਲ ਥਿੰਗ। ਸੋ ਡੈਥ ਰੇਟ ਨੂੰ ਘਟਾਉਣਾ ਮੁਸ਼ਕਿਲ ਨਹੀਂ, ਇੰਪੋਸੀਬਲ ਹੈ। ਸੋ ਇਸ ਤੋਂ ਇਲਾਵਾ ਇਸ ਤੋਂ ਹੋਰ ਘੱਟ ਡੈਥ ਰੇਟ ਨੂੰ ਨਹੀਂ ਘਟਾਇਆ ਜਾ ਸਕਦਾ। ਬਹੁਤ ਸਾਰੀਆਂ ਜਿਹੜੀਆਂ ਨੇ ਐਡਵਾਂਸਡ ਕੰਟਰੀਜ਼ ਨੇ, ਜਿਹੜੀਆਂ ਨੇ ਬਹੁਤ ਐਡਵਾਂਸਡ ਕੰਟਰੀਜ਼ ਜਿਹੜੀਆਂ ਹੁੰਦੀਆਂ ਨੇ, ਉਹ ਇਸ ਸਟੇਜ ਦੇ ਨੂੰ ਇੰਜੋਏ ਕਰਦੀਆਂ ਨੇ, ਡਿਕਲਾਈਨਿੰਗ ਸਟੇਜ ਆਫ ਪੋਪੂਲੇਸ਼ਨ ਗਰੋਥ ਇਸ ਨੂੰ ਆਪਾਂ ਬੋਲਦੇ ਹਾਂ। ਫਰਾਂਸ ਦੇ ਵਿੱਚ ਕਿਹਾ ਜਾਂਦਾ ਕਿ ਇਹ ਸਟੇਜ ਜਿਹੜੀ ਹੈ ਆਲਰੇਡੀ ਦੇਖੀ ਜਾ ਚੁੱਕੀ ਹੈ। ਸੋ ਇਹ ਥਿਊਰੀ ਜਿਹੜੀ ਹੈ ਆਪਣੇ ਆਪ ਦੇ ਵਿੱਚ ਬਹੁਤ ਇੰਪੋਰਟੈਂਸ ਰੱਖਦੀ ਹੈ, ਕਿਉਂਕਿ ਮਾਲਥਸ ਨੇ ਜਿਹੜੀ ਥਿਊਰੀ ਦਿੱਤੀ ਸੀ ਪੋਪੂਲੇਸ਼ਨ ਗਰੋਥ ਦੀ, ਥਿਊਰੀ ਆਫ ਪੋਪੂਲੇਸ਼ਨ ਦਿੱਤੀ ਸੀ, ਉਸਦੇ ਵਿੱਚ ਚਾਹੇ ਉਹ ਗੱਲਾਂ ਕਰਦੇ ਨੇ ਪੋਪੂਲੇਸ਼ਨ ਬਾਰੇ, ਪਰ ਉਹਨਾਂ ਨੇ ਕਿਸੇ ਵੀ ਲੈਵਲ ਦੇ ਉੱਤੇ ਸਟੇਜਿਸ ਨੂੰ ਐਕਸਪਲੇਨ ਨਹੀਂ ਸੀ ਕੀਤਾ। ਇੱਕ ਪੈਸੀਮਿਸਟਿਕ ਅਪਰੋਚ ਸੀ ਤੇ ਉਹਨਾਂ ਨੇ ਅਰਥਮੈਟਿਕ ਮੀਨ ਤੇ ਜਿਓਮੈਟ੍ਰਿਕ ਮੀਨ ਦੀ ਐਗਜ਼ਾਮਪਲ ਦੇ ਨਾਲ ਐਕਸਪਲੇਨ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਪੋਪੂਲੇਸ਼ਨ ਵੱਧਦੀ ਹੈ ਉਹ ਜਿਓਮੈਟ੍ਰਿਕ ਮੀਨ ਨਾਲ ਵੱਧਦੀ ਹੈ, ਪਰ ਜਿਹੜਾ ਭੋਜਨ ਵੱਧਦਾ, ਫੂਡ ਪ੍ਰੋਡਕਸ਼ਨ, ਫੂਡ ਗ੍ਰੇਨ ਦੀ ਪ੍ਰੋਡਕਸ਼ਨ ਹੈ, ਉਹ ਅਰਥਮੈਟਿਕ ਮੀਨ ਨਾਲ ਵੱਧਦੀ ਹੈ, ਤੇ ਕੀ ਉਹ ਚੀਜ਼ ਨੂੰ ਐਕਸਪਲੇਨ ਕੀਤਾ ਸੀਗਾ। ਬਟ ਇਹ ਜਿਹੜਾ ਹੈ ਬਾਇਓਲੋਜੀਕਲ ਜਿਹੜੀ ਪੋਪੂਲੇਸ਼ਨ ਦਾ ਫੰਡਾਮੈਂਟ ਹੈ, ਜਿਹੜਾ ਪ੍ਰੋਸੈਸ ਹੈ, ਇਹ ਚੀਜ਼ ਨੂੰ ਜਿਹੜਾ ਹੈ ਕਿਸੇ ਵੀ ਹੋਰ ਥਿਊਰੀਜ਼ ਨੇ ਐਕਸਪਲੇਨ ਨਹੀਂ ਕੀਤਾ, ਖਾਸ ਕਰਕੇ ਮਾਲਥਸ ਦੀ ਆਪਾਂ ਇੱਥੇ ਕੰਪੈਰੀਜ਼ਨ ਕਰਦੇ ਹਾਂ, ਕਿਉਂਕਿ ਮਾਲਥਸ ਦੀ ਥਿਊਰੀ ਆਫ ਪੋਪੂਲੇਸ਼ਨ ਬਹੁਤ ਜ਼ਿਆਦਾ ਫੇਮਸ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਇੱਥੇ ਅਸੀਂ ਗੱਲ ਕਰਦੇ ਹਾਂ ਕਿ ਬਹੁਤ ਸਾਰੀਆਂ ਯੂਰਪੀਅਨ ਕੰਟਰੀਜ਼ ਨੇ ਜਿਹੜੀਆਂ ਕਿ ਪਹਿਲੀਆਂ 3 ਸਟੇਜਿਸ ਨੂੰ ਜਿਹੜੀਆਂ ਨੇ ਉਹ ਦੇਖ ਚੁੱਕੀਆਂ ਨੇ ਤੇ ਚੌਥੀ ਸਟੇਜ ਨੂੰ ਇਸ ਟਾਈਮ ਦੇ ਉੱਤੇ ਇੰਜੋਏ ਕਰ ਰਹੀਆਂ ਨੇ, ਚੌਥੀ ਸਟੇਜ ਦੇ ਵਿੱਚ ਇਸ ਟਾਈਮ ਤੇ ਹੈਗੀਆਂ ਨੇ। ਸੋ ਅਲੋਂਗ ਵਿਦ ਦਿਸ, ਹਰ ਥਿਊਰੀ ਦੀ ਤਰ੍ਹਾਂ ਇਸ ਦੀ ਵੀ ਥਿਊਰੀ ਦੀ ਕੁਛ ਨਾ ਕੁਛ ਜਿਹੜੀਆਂ ਨੇ ਕਮੀਆਂ ਹੈਗੀਆਂ ਨੇ। ਇਹਨਾਂ ਵਿੱਚੋਂ ਕੁਝ ਕਮੀ ਮੈਂ ਪਹਿਲੇ ਹੀ ਦੱਸ ਦਿੱਤੀ ਕਿ ਇੱਕ ਜਗ੍ਹਾ ਦੇ ਉੱਤੇ ਅਸੀਂ ਗੱਲ ਕੀਤੀ ਸੀ ਕਿ ਜਿਹੜਾ ਡੈਥ ਰੇਟ, ਬਰਥ ਰੇਟ ਘਟਣਾ ਸ਼ੁਰੂ ਹੁੰਦਾ ਉਹ ਅਰਬਨ ਏਰੀਆਸ 'ਚ ਪਹਿਲਾਂ ਘਟਣਾ ਸ਼ੁਰੂ ਹੁੰਦਾ, ਬਟ ਕਈ ਇਹੋ ਜਿਹੇ ਸਵੀਡਨ ਤੇ ਫਰਾਂਸ ਦੀਆਂ ਕੰਟਰੀਜ਼ ਦੇ ਵਿੱਚ ਇਹੋ ਜਿਹੇ ਇੰਪੀਰੀਕਲ ਐਵੀਡੈਂਸ ਨਜ਼ਰ ਆਏ ਨੇ ਕਿ ਨਹੀਂ, ਯੂਰਪ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਬਰਥ ਰੇਟ ਜਿਹੜਾ ਹੈ ਉਹ ਪਿੰਡਾਂ ਦੇ ਵਿੱਚ ਜ਼ਿਆਦਾ ਘਟਿਆ ਐਜ਼ ਕੰਪੇਅਰ ਟੂ ਦਾ ਅਰਬਨ ਏਰੀਆਜ਼। ਸੋ ਇਸ ਦੇ ਨਾਲ ਹੀ ਆਪਾਂ ਗੱਲ ਕਰਦੇ ਹਾਂ ਕਿ ਇਹ ਵੀ ਕੋਈ ਜ਼ਿਆਦਾ ਜ਼ਰੂਰੀ ਨਹੀਂ ਹੈ ਕਿ ਇੱਕ ਸਟੇਜ ਤੋਂ ਬਾਅਦ ਦੂਜੀ ਸਟੇਜ, ਦੂਜੀ ਸਟੇਜ ਤੋਂ ਬਾਅਦ ਤੀਜੀ ਸਟੇਜ ਦੇ ਵਿੱਚ ਹੀ ਇਕੋਨਮੀਜ਼ ਜਿਹੜੀਆਂ ਨੇ ਆਉਣਗੀਆਂ। ਸੋ ਜਿਵੇਂ ਕਿ ਅਮਰੀਕਾ ਦੇ ਵਿੱਚ ਜਿਹੜਾ ਹੈ ਪੋਪੂਲੇਸ਼ਨ ਦਾ ਗਰੋਥ ਰੇਟ ਜਿਹੜਾ ਹੈ ਉਹ ਸੈਕਿੰਡ ਸਟੇਜ ਦੇ ਵਿੱਚ ਹਾਇਰ ਸੀਗਾ ਤੇ ਥਰਡ ਸਟੇਜ ਦੇ ਵਿੱਚ ਜਿਹੜਾ ਹੈ ਉਹ ਕੁਝ ਹੋਰ ਸੀਗਾ। ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਸੀਕੁਐਂਸ ਆਰਡਰ ਇਹੀ ਜਿਹੜਾ ਹੈ ਉਹ ਰਹੇਗਾ ਹੀ ਰਹੇਗਾ, ਇੰਡਿਸਪੈਂਸਿਬਲ ਹੈ, ਲਾਜ਼ਮੀ ਹੈ ਕਿ ਇਹੀ ਹੋਏਗਾ, ਇਹ ਚੇਂਜ ਵੀ ਹੋ ਸਕਦਾ। ਸੋ ਓਵਰਆਲ ਇਹ ਥਿਊਰੀ ਜਿਹੜੀ ਹੈ ਆਪਣੇ ਆਪ ਦੇ ਵਿੱਚ ਬਹੁਤ ਇੰਪੋਰਟੈਂਸ ਰੱਖਦੀ ਹੈ ਤੇ ਇੱਕ ਡਿਵੈਲਪਮੈਂਟ ਇਕਨੋਮਿਕਸ ਦੇ ਵਿੱਚ ਇਸ ਦੀ ਇੱਕ ਖਾਸ ਜਗ੍ਹਾ ਹੈ ਇਸ ਥਿਊਰੀ ਦੀ, ਤੇ ਇਹ ਜਿਹੜੀ ਹੈ ਜ਼ਿਆਦਾਤਰ ਕੇਸਿਸ ਦੇ ਵਿੱਚ ਇੱਕ ਜਨਰਲਾਈਜ਼ਡ ਵਿਊ ਬਣ ਚੁੱਕੀ ਹੈ। ਥੈਂਕ ਯੂ ਬੇਟਾ।